2-3 ਦਿਨ ਪਹਿਲਾਂ ਹਰਮੀਤ ਚੱਡਾ ਨੇ ਗਰੁੱਪ ਅੰਦਰ ਲਿਖ ਕੇ ਪੁੱਛਿਆ ਸੀ, ਸਤਿ ਸ੍ਰੀ ਅਕਾਲ ਬਾਬਾ ਜੀ। ਬਾਬਾ ਜੀ ਆਪ ਜੀ ਦੀ ਰਿਕਾਰਡਿੰਗਾਂ ਸੁਣ ਕੇ ਆਪਣੀਆਂ ਬਹੁਤ ਸਾਰੀਆਂ ਗਲਤੀਆਂ ਦਿਸਣ ਲੱਗ ਪਈਆਂ ਹਨ ਅਤੇ ਮਨ ਵਾਰ-ਵਾਰ ਕੀਤੀਆਂ ਗਲਤੀਆਂ ਵਿੱਚ ਉਲਝ ਜਾਂਦਾ। ਕਿਰਪਾ ਕਰਕੇ ਉਪਾਅ ਦੱਸੋ ਜੀ। ਐਸਾ ਹੀ ਹੁੰਦਾ ਹੈ ਅਕਸਰ। ਕਿਉਂਕਿ ਮਨ ਨੂੰ ਆਦਤ ਪਈ ਹੋਈ ਹੈ ਉਲਝਣ ਦੀ, ਤੇ ਇਹਨੇ ਕਿਤੇ ਨਾ ਕਿਤੇ ਉਲਝਦੇ ਰਹਿਣਾ ਹੈ। ਇਹ ਤੇ ਸੁਭਾਵਿਕ ਹੀ ਹੈ। ਅਗਰ ਤੁਸੀਂ ਵਾਸਤਵਿਕ ਦੇ ਵਿੱਚ ਸੁਣ ਰਹੇ ਹੋ ਭਾਵਨਾ ਨਾਲ, ਤੇ ਤੁਹਾਨੂੰ ਆਪਣੀਆਂ ਗਲਤੀਆਂ ਦਿਸਣ ਲੱਗ ਜਾਣਗੀਆਂ ਪਰ ਅਸੀਂ ਕਿੱਥੇ ਕਿੱਥੇ ਗਲਤ ਹਾਂ, ਕਿੱਥੇ ਕਿੱਥੇ ਰੌਂਗ ਹਾਂ, ਕਿੱਥੇ ਕਿੱਥੇ ਮਨ ਫਸ ਰਿਹਾ ਹੈ, ਕਿੱਥੇ ਕਿੱਥੇ ਮਨ ਉਲਝ ਰਿਹਾ ਹੈ। ਭਾਵਕੀ ਵਿਵੇਕ ਬੁੱਧੀ ਪੈਦਾ ਹੋਣੀ ਸ਼ੁਰੂ ਹੋ ਗਈ। ਪਤਾ ਲੱਗਣ ਲੱਗ ਪਿਆ ਨਾ ਵੀ ਅਸੀਂ ਗਲਤ ਹਾਂ, ਸਾਡੇ 'ਚ ਗਲਤੀਆਂ। ਹੁਣ ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਹੈ। ਆਪਣੇ ਆਪ ਨੂੰ ਹਰ ਕੋਈ ਠੀਕ ਹੀ ਸਮਝਦਾ ਹੈ, ਦੂਸਰੇ 'ਚ ਗਲਤੀਆਂ ਕੱਢਦਾ। ਅਤੇ ਆਪਣੇ 'ਚ ਗਲਤੀਆਂ ਦਿਸਣ ਲੱਗ ਜਾਣ, ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਇ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ। ਉਹਦੇ ਨਾਲ ਤਾਂ ਮਿੱਤਰਤਾ ਹੀ ਹੋਣ ਲੱਗ ਪਈ ਵੀ ਜਿਹੜਾ ਆਪਣੀਆਂ ਗਲਤੀਆਂ ਬੁੱਝਣ ਲੱਗ ਪਿਆ, ਜਾਣਨ ਲੱਗ ਪਿਆ, ਪਤਾ ਲੱਗਣ ਲੱਗ ਪਈ। ਫਿਰ ਜੋ ਪਿੱਛੇ ਗਲਤੀਆਂ ਹੋ ਗਈਆਂ ਹਨ ਅਤੇ ਮਨ ਉਹਨਾਂ ਨੂੰ ਸੋਚ ਕੇ ਖਿਆਲ ਵਿੱਚ ਲਿਆ ਕੇ ਪਛਤਾਵਾ ਕਰਦਾ ਹੈ ਅਤੇ ਵਾਰ-ਵਾਰ ਫਿਰ ਉਲਝਦਾ ਹੈ। ਕਿਉਂਕਿ ਪਛਤਾਵਾ ਕਰਨ ਦੇ ਨਾਲ ਗਲਤੀਆਂ ਛੁੱਟਦੀਆਂ ਨਹੀਂ ਹਨ, ਇਹ ਖਿਆਲ ਵਿੱਚ ਰੱਖੋ। ਅਤੇ ਇੱਧਰ ਇਹ ਕਿਹਾ ਜਾ ਰਿਹਾ ਹੈ ਵੀ ਤੁਸੀਂ ਇੱਕ ਇੱਕ ਗਲਤੀ ਅਗਰ ਛੱਡੋਗੇ ਨਾ, ਇੱਕ ਇੱਕ ਬੁਰਿਆਈ ਕਹਿ ਲਓ, ਜਾਂ ਇੱਕ ਇੱਕ ਪਿੱਛੇ ਜਿਹੜੇ ਰੋਗ ਹਨ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦਿਓ, ਤਾਂ ਉਹ ਛੁੱਟਦੇ ਨਹੀਂ ਹਨ। ਕਿਉਂਕਿ ਇੱਕ ਗਲਤੀ ਛੱਡੋਗੇ ਅਤੇ ਦੂਸਰੀ ਗਲਤੀ ਦੇ ਵਿੱਚ ਮਨ ਉਲਝ ਜਾਵੇਗਾ। ਜਿਵੇਂ ਇਹ ਵੀ ਗਲਤੀ ਹੋ ਰਹੀ ਹੈ ਤੁਹਾਡੇ ਕੋਲ, ਗਲਤੀਆਂ ਦਾ ਪਤਾ ਤਾਂ ਲੱਗ ਗਿਆ, ਹੁਣ ਦੂਸਰੀ ਗਲਤੀ ਸ਼ੁਰੂ ਹੋ ਗਈ ਵੀ ਮਨ ਸੋਚ ਕੇ ਉਲਝ ਰਿਹਾ ਹੈ। ਇੱਦਾਂ ਮਨ ਕਰਵਟ ਬਦਲ ਲੈਂਦਾ, ਇੱਕ ਪਾਸੇ ਤੋਂ ਹਟਾਓ ਦੂਸਰੇ ਪਾਸੇ ਦੇ ਵਿੱਚ ਫਸਦਾ। ਅਤੇ ਅਕਸਰ ਤਾਂ ਇਹੋ ਹੀ ਕਿਹਾ ਜਾਂਦਾ ਹੈ, ਆਮ ਸਧਾਰਨਤ ਹੈ ਜੋ ਧਾਰਮਿਕ ਲੋਕ ਹਨ, ਉਹ ਭਾਵੇਂ ਕਿਸੇ ਵੀ ਫਿਰਕੇ ਦੇ ਹੋਣ, ਉਹ ਬਾਹਰੋਂ ਗਲਤੀਆਂ ਸੁਧਾਰਨ ਦੀ ਗੱਲ ਕਰਦੇ ਹਨ ਵੀ ਬਾਹਰੋਂ ਆਪਣੀਆਂ ਗਲਤੀਆਂ ਸੁਧਾਰਨੀਆਂ ਹਨ, ਬੁਰਿਆਈਆਂ ਛੱਡਣੀਆਂ ਹਨ ਕਹਿ ਲਓ, ਚੰਗਿਆਈ ਹਾਸਿਲ ਕਰਨੀ, ਚੰਗੇ ਬਣਨਾ। ਅਤੇ ਲੋਕ ਬਾਹਰੋਂ ਬੁਰਿਆਈਆਂ ਛੱਡਦੇ ਹਨ ਪਰ ਛੁੱਟਦੀਆਂ ਨਹੀਂ ਹਨ। ਇੱਕ ਬੁਰਿਆਈ ਛੱਡੋਗੇ ਅਤੇ ਦੂਸਰੀ ਦੇ ਵਿੱਚ ਮਨ ਫਸ ਜਾਂਦਾ। ਹੁਣ ਸੰਸਾਰਿਕ ਬੁਰਿਆਈ ਹੈ ਕਿਸੇ ਨੂੰ, ਅਤੇ ਸੰਸਾਰਿਕ ਬੁਰਿਆਈ ਅਗਰ ਕੋਈ ਛੱਡ ਦਿੰਦਾ ਹੈ ਤਾਂ ਉਹ ਧਾਰਮਿਕ ਕਰਮਕਾਂਡਾਂ ਦੇ ਵਿੱਚ ਮਨ ਉਲਝਾ ਲੈਂਦਾ।
ਤੇ ਪਹਿਲਾਂ ਵੀ ਉਲਝਿਆ ਹੋਇਆ ਸੀ ਸੰਸਾਰ ਵਿੱਚ, ਫਿਰ ਧਾਰਮਿਕ ਕਰਮ ਕਾਂਡਾਂ 'ਚ ਉਲਝ ਗਿਆ। ਤੇ ਧਾਰਮਿਕ ਲੋਕ ਇਹਨੂੰ ਠੀਕ ਕਹਿੰਦੇ ਹਨ, ਪਰ ਉਲਝਿਆ ਤੇ ਹੋਇਆ ਹਾਲੇ ਵੀ ਹੈ ਨਾ, ਨਿਕਲਿਆ ਤੇ ਨਹੀਂ। ਫਿਰ ਖਿਆਲ ਰੱਖਣਯੋਗ ਇਹ ਹੈ ਵੀ ਅਧਾਰਮਿਕ ਕਰਮ ਕਾਂਡਾਂ ਦੇ ਵਿੱਚ ਹੰਕਾਰ ਦੀ ਘੱਟ ਤ੍ਰਿਪਤੀ ਹੁੰਦੀ ਹੈ, ਧਾਰਮਿਕ ਕਰਮ ਕਾਂਡਾਂ ਦੇ ਵਿੱਚ ਤਾਂ ਬਹੁਤ ਤ੍ਰਿਪਤੀ ਹੁੰਦੀ ਹੈ। ਆਦਮੀ ਨੂੰ ਲੱਗਦਾ ਮੈਂ ਕੋਈ ਖਾਸ ਹੋ ਗਿਆ, ਤੇ ਉਹਦੀ ਪ੍ਰਸ਼ੰਸਾ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਇੰਨੇ ਪਾਠ ਕਰਦਾ, ਦੇਖੋ ਗੁਰਮੁਖ ਪਿਆਰ, ਇੰਨਾ ਨਾਮ ਜਪਦਾ, ਬੜੀ ਭਗਤੀ ਭਾਵਨਾ, ਬੜਾ ਚੰਗਾ ਸੱਜਣ ਪੁਰਸ਼। ਤੇ ਲੋਕ ਸੱਜਣ ਪੁਰਸ਼ ਬਣਨ ਦੀ ਬਾਹਰੋਂ ਕੋਸ਼ਿਸ਼ ਕਰਦੇ ਰਹਿੰਦੇ ਵੀ ਬਾਹਰੋਂ ਕੋਈ ਗਲਤੀ ਨਜ਼ਰ ਨਾ ਆਵੇ ਲੋਕਾਂ ਨੂੰ। ਸਾਧੂ ਮਹਾਤਮਾ ਜ਼ਿਆਦਾਤਰ ਜਾਂ ਧਾਰਮਿਕ ਲੋਕ ਵੀ ਬਾਹਰੋਂ ਦੇਖ ਕੇ ਹੀ ਲੋਕਾਂ ਨੇ ਸੋਚਣਾ ਹੈ ਨਾ ਵੀ ਬਾਹਰੋਂ ਤਾਂ ਕੋਈ ਵੀ ਗਲਤੀ ਨਹੀਂ ਹੈ। ਦੇਖੋ ਗੁਰਮੁਖ ਪਿਆਰੇ, ਇਹ ਮਹਾਤਮਾ 'ਚ, ਇਹ ਸਾਧੂ ਦੇ ਵਿੱਚ ਹੈ ਨਾ ਕਿਸੇ ਨੂੰ ਬੁਰਾ ਕਹਿੰਦਾ ਨਾ ਭਲਾ ਕਹਿੰਦਾ, ਨਾਮ ਜਪਦਾ ਹੈ, ਨਿਤਨੇਮ ਕਰਦਾ, ਪਾਠ ਪੂਜਾ ਕਰਦਾ, ਗਲਤੀ ਤਾਂ ਕੋਈ ਵੀ। ਤੇ ਲੋਕ ਐਸੇ ਪੁਰਸ਼ਾਂ ਨੂੰ ਜ਼ਿਆਦਾਤਰ ਪੂਜਦੇ ਹਨ, ਹਰ ਧਰਮ ਦੇ ਵਿੱਚ ਹੀ। ਉਸ ਧਰਮ ਦੇ ਮੁਤਾਬਕ ਅਗਰ ਕੋਈ ਚੱਲ ਰਿਹਾ ਹੈ ਤਾਂ ਉਹਦੀ ਪੂਜਾ ਪ੍ਰਤਿਸ਼ਠਾ ਸ਼ੁਰੂ ਹੋ ਜਾਂਦੀ ਹੈ, ਉਹਨੂੰ ਮਜ਼ਾ ਆਉਣ ਲੱਗ ਜਾਂਦਾ ਅਤੇ ਹੰਕਾਰ ਦੀ ਤ੍ਰਿਪਤੀ ਹੋਣ ਲੱਗ ਜਾਂਦੀ। ਅਤੇ ਬਿਮਾਰੀਆਂ ਛੁੱਟੀਆਂ ਨਹੀਂ, ਸਗੋਂ ਬਿਮਾਰੀ ਵੱਧ ਗਈ। ਆਮ ਸਧਾਰਨ ਤਹਿ ਖਿਆਲ ਵਿੱਚ ਨਹੀਂ ਆਉਂਦੀ ਹੈ ਗੱਲ। ਅਕਸਰ ਜਾਗਰਤ ਪੁਰਸ਼ਾਂ ਦੀਆਂ ਗੱਲਾਂ ਜਿਹੜੀਆਂ ਹਨ ਉਹ ਸਮਝਣੀਆਂ ਕਠਿਨ ਹੋ ਜਾਂਦੀਆਂ ਹਨ। ਹੁਣ ਤੁਹਾਨੂੰ ਕਿਸੇ ਨੂੰ ਵੀ ਖਿਆਲ ਵਿੱਚ ਰੱਖੋ ਵੀ ਐਸਾ ਕੋਈ ਮਨੁੱਖ ਹੋਵੇ ਧਾਰਮਿਕ, ਭਾਵੇਂ ਉਹ ਸਿੱਖ ਹੈ, ਹਿੰਦੂ ਹੈ, ਈਸਾਈ ਹੈ, ਮੁਸਲਮਾਨ, ਜਿਹੜੇ ਧਰਮਾਂ 'ਚ ਤੁਸੀਂ ਹੋ, ਉਸ ਧਰਮ ਦੇ ਮੁਤਾਬਕ ਅਗਰ ਪੂਰਾ ਨਿਯਮਬੱਧ ਤਰੀਕੇ ਦੇ ਨਾਲ ਚੱਲ ਰਿਹਾ ਹੋਵੇ, ਜਿਵੇਂ ਜ਼ਿਆਦਾਤਰ ਸਿੱਖ ਹਨ ਸੁਣਨ ਵਾਲੇ, ਅਗਰ ਕੋਈ ਸਿੱਖ ਨਿਤਨੇਮ ਕਰਦਾ ਹੈ, ਪੂਰਾ ਆਪਣਾ ਪਾਠ ਪੂਜਾ ਕਰਦਾ ਹੈ, ਗੁਰਦੁਆਰੇ ਜਾਂਦਾ ਹੈ, ਅਤੇ ਜੋ ਵੀ ਧਾਰਮਿਕ ਕਰਮ ਹਨ, ਰਹੁ ਰੀਤੀਆਂ, ਉਸ ਢੰਗ ਦੇ ਨਾਲ ਜੀਵਨ ਬਤੀਤ ਕਰਦਾ ਹੈ, ਅਤੇ ਤੁਸੀਂ ਕੋਈ ਵੀ ਗਲਤੀ ਨਹੀਂ ਉਹਦੀ ਦੇਖ ਰਹੇ ਹੋ, ਅਤੇ ਤੁਸੀਂ ਕਹੋਗੇ ਬਿਲਕੁਲ ਠੀਕ ਹੈ। ਇਹੋ ਹੀ ਤਾਂ ਹੈ ਸਿੱਖ, ਜਿਹਨੂੰ ਗੁਰੂ ਮਹਾਰਾਜ ਨੇ ਕਿਹਾ ਹੈ, ਬਾਬੇ ਨਾਨਕ ਨੇ, ਵੀ ਕੋਈ ਵੀ ਗਲਤੀ ਨਹੀਂ, ਪੂਰਾ ਧਾਰਮਿਕ ਹੈ। ਪਰ ਜਿਹੜਾ ਜਾਗਰੂਕ ਪੁਰਸ਼ ਹੈ ਨਾ, ਜਿਹੜਾ ਜਾਣਦਾ ਹੈ, ਜਿਹੜਾ ਜੌਹਰੀ, ਉਹ ਸਿਆਣ ਲੈਂਦਾ। ਉਹ ਕਹਿੰਦਾ ਹੈ ਬਾਹਰੋਂ ਭਾਵੇਂ ਕੋਈ ਵੀ ਗਲਤੀ ਨਹੀਂ ਨਜ਼ਰ ਆਉਂਦੀ ਹੈ, ਤੁਹਾਨੂੰ ਬੁਰਿਆਈ ਨਜ਼ਰ ਨਹੀਂ ਆਉਂਦੀ ਹੈ, ਪਰ ਬੁਰਿਆਈਆਂ ਦਾ ਮੂਲ ਜਿਹੜਾ ਹੈ ਨਾ ਉਹ ਅੰਦਰ ਜੇ ਬੈਠਾ ਹੋਇਆ ਹੈ, ਤੋ ਮੂਲ ਤੋਂ ਬਿਮਾਰੀਆਂ ਫਿਰ ਪਨਪ ਜਾਂਦੀਆਂ ਹਨ। ਅਵਲ ਤੇ ਵਿੱਚ ਪਨਪਦੀਆਂ ਰਹਿੰਦੀਆਂ ਹਨ, ਪਤਾ ਨਹੀਂ ਲੱਗਦਾ ਹੈ ਬਾਹਰ। ਜਿਵੇਂ ਅੰਦਰ ਕੋਈ ਬਿਮਾਰੀ ਹੋਵੇ ਤੁਹਾਡੇ ਸਰੀਰ 'ਤੇ, ਬਾਹਰੋਂ ਨਜ਼ਰ ਨਾ ਆਵੇ ਅਤੇ ਤੁਸੀਂ ਕੀ ਕਹੋਗੇ, ਸਵਸਥ ਹੋ ਗਿਆ ਬੰਦਾ, ਕੋਈ ਵੀ ਬਿਮਾਰੀ ਨਹੀਂ ਹੈ, ਬਾਹਰੋਂ ਨਜ਼ਰ 'ਤੇ ਆਉਂਦੀ ਨਹੀਂ। ਗੱਲ ਵੀ ਠੀਕ ਹੈ ਵੀ ਬਾਹਰੋਂ ਤਾਂ ਨਜ਼ਰ ਆਉਂਦੀ ਨਹੀਂ ਬਿਮਾਰੀ, ਪਰ ਉਹਦੇ ਅੰਦਰ ਬਿਮਾਰੀ ਚੱਲ ਰਹੀ ਹੈ, ਉਹ ਨਹੀਂ ਨਾ ਤੁਹਾਨੂੰ ਦੇਖਦੀ। ਇੱਦਾਂ ਹੀ ਮਾਨਸਿਕ ਬਿਮਾਰੀਆਂ ਹਨ, ਬਾਹਰੋਂ ਨਜ਼ਰ ਨਹੀਂ ਆਉਂਦੀਆਂ ਹਨ ਧਾਰਮਿਕ ਲੋਕਾਂ ਦੀ, ਅਤੇ ਕਈਆਂ 'ਚ ਵਧੀਆਂ ਹੁੰਦੀਆਂ ਹਨ ਜ਼ਿਆਦਾ, ਕਿਉਂਕਿ ਮੂਲ ਬਿਮਾਰੀ ਵੱਧ ਜਾਂਦੀ ਹੈ। ਹਾਂ, ਉਹਦੀ ਤ੍ਰਿਪਤੀ ਹੁੰਦੀ ਹੈ, ਉਹਨੂੰ ਖੁਰਾਕ ਮਿਲਦੀ ਹੈ, ਪ੍ਰਸ਼ੰਸਾ ਹੁੰਦੀ, ਬੱਲੇ ਬੱਲੇ ਹੁੰਦੀ, ਤਾਂ ਉਹ ਮੂਲ ਬਿਮਾਰੀ ਵਧਣ ਕਰਕੇ ਉਹਦੇ ਅੰਦਰ ਦੂਸਰੀਆਂ ਬਿਮਾਰੀਆਂ ਵੀ ਵੱਧਦੀਆਂ ਰਹਿੰਦੀਆਂ ਹਨ, ਅੰਦਰ ਹੀ ਅੰਦਰ। ਬਾਹਰ ਪਤਾ ਨਹੀਂ ਲੱਗਦਾ, ਬਾਹਰ ਤੇ ਤੁਹਾਨੂੰ ਕਿਵੇਂ ਪਤਾ ਲੱਗੇਗਾ, ਤੁਸੀਂ ਬਾਹਰ ਹੀ ਦੇਖਦੇ। ਜਿਹਨੇ ਅੰਦਰ ਦੇਖਿਆ ਹੈ ਨਾ ਆਪਣੇ, ਤੇ ਉਹ ਹੀ ਦੂਸਰੇ ਦੇ ਅੰਦਰ ਦੇਖ ਪਾਉਂਦਾ ਹੈ।
ਖਿਆਲ ਵਿੱਚ ਰੱਖਿਓ। ਜਿੰਨੀ ਗਹਿਰਾਈ ਨਾਲ ਤੁਸੀਂ ਆਪਣੇ ਅੰਦਰ ਦੇਖਿਆ, ਉਨੀ ਗਹਿਰਾਈ ਦੇ ਨਾਲ ਦੂਸਰੇ ਦੇ ਅੰਦਰ ਵੀ ਦੇਖ ਸਕਦੇ ਹੋ, ਕਿਉਂਕਿ ਗਹਿਰਾਈਆਂ ਸਾਰਿਆਂ ਦੀ ਇੱਕੋ ਜਿਹੀਆਂ ਹੀ ਹਨ। ਇੱਕੋ ਜਿਹੀ ਗਹਿਰਾਈ 'ਤੇ ਪਹੁੰਚ ਜਾਂਦਾ ਹੈ ਬੰਦਾ, ਇਸ ਕਰਕੇ ਅੰਦਰ ਇੱਕ ਹੋ ਜਾਂਦਾ ਹੈ ਨਾ। ਜਿਵੇਂ ਜਿਵੇਂ ਗਹਿਰਾਈ ਅੰਦਰ ਨੂੰ ਜਾਂਦੀ ਗਈ, ਤਿਵੇਂ ਤਿਵੇਂ ਤੁਸੀਂ ਇੱਕ ਹੁੰਦੇ ਜਾਣਾ, ਅਤੇ ਇੱਕ ਦੇ ਵਿੱਚ ਹੀ ਸਾਰੇ ਹੀ। ਅਤੇ ਜਿਹੜਾ ਅੰਦਰ ਗਹਿਰਾਈ 'ਚ ਗਿਆ ਹੈ ਆਪਣੇ, ਉਹ ਜਾਣਦਾ ਹੈ ਵੀ ਇਹਦੀ ਜਿਹੜੀ ਮੂਲ ਬਿਮਾਰੀ ਹੈ ਉਹ ਵੱਧ ਰਹੀ ਹੈ। ਅਤੇ ਮੂਲ ਬਿਮਾਰੀ ਹੈ ਜੇ ਵੱਧ ਰਹੀ ਹੈ, ਅਤੇ ਦੂਸਰੀਆਂ ਬਿਮਾਰੀਆਂ ਵੀ ਇਹਦੇ ਅੰਦਰ ਹਨ, ਪਰ ਬਾਹਰ ਪ੍ਰਗਟ ਨਹੀਂ ਕਰ ਰਿਹਾ, ਉਹਨਾਂ ਨੂੰ ਦਬਾ ਰਿਹਾ ਹੈ। ਫਿਰ ਧਾਰਮਿਕ ਲੋਕ ਦਬਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਦੀ ਪ੍ਰਸ਼ੰਸਾ ਹੋ ਜਾਂਦੀ ਵੀ ਬਾਹਰ ਨਾ ਦਿਖੇ, ਅੰਦਰ ਅੰਦਰ ਕਰਦੇ ਰਹਿੰਦੇ ਹਨ, ਕਿਉਂਕਿ ਮਨ ਤੇ ਚਾਹੁੰਦਾ ਹੀ ਹੈ ਨਾ ਬਹੁਤ ਕੁਛ ਕਰਨਾ। ਜੇ ਵਾਸ਼ਨਾ ਹੈ, ਚਾਹਤ ਹੈ, ਤਾਂ ਉਹਦੀ ਤਾਂ ਪੂਰੀ ਕਰੂਗਾ ਹੀ, ਤੋ ਅੰਦਰ ਅੰਦਰ ਕਰਦੇ ਰਹਿਣਗੇ, ਤੋ ਉਹਨਾਂ ਬਿਮਾਰੀਆਂ ਨੂੰ ਪ੍ਰਗਟ ਨਹੀਂ ਕਰਨਗੇ ਬਾਹਰ, ਤੋ ਬਿਮਾਰੀਆਂ ਅੰਦਰ ਅੰਦਰ ਵੱਧਦੀਆਂ ਰਹਿੰਦੀਆਂ, ਤੋ ਜ਼ਿਆਦਾ ਹਿੰਸਕ ਹੋ ਜਾਂਦੀਆਂ। ਫਿਰ ਉਹ ਆਪਣਾ ਤਾਂ ਨੁਕਸਾਨ ਕਰਦੇ ਹੀ ਹਨ ਉਸ ਬਿਮਾਰੀ ਨਾਲ। ਉਹਦੇ ਨਾਲ ਜਿਹੜੇ ਲੋਕ ਜੁੜਦੇ ਹਨ ਬਾਹਰੋਂ, ਉਹਨੂੰ ਭਗਤ ਸਮਝ ਕੇ, ਚੰਗਾ ਸਮਝ ਕੇ, ਗੁਰਮੁਖ ਸਮਝ ਕੇ, ਸੰਤ ਸਮਝ ਕੇ, ਉਹ ਵੀ ਕਿਸੇ ਪਾਸੇ ਨਹੀਂ ਲੱਗਦੇ। ਇਵੇਂ ਹੀ ਸੱਜਣ ਠੱਗ ਸੀ। ਹੁਣ ਸੱਜਣ ਠੱਗ ਦੀ ਬਿਮਾਰੀ ਬਾਬੇ ਨਾਨਕ ਦੇ ਸਿਆਣ ਵਿੱਚ ਆਈ। ਹੋਰ ਵੀ ਬਹੁਤ ਜਾਂਦੇ ਹੋਣਗੇ ਉੱਥੇ, ਕਿਸੇ ਨੂੰ ਨਹੀਂ ਪਤਾ ਲੱਗਾ ਵੀ ਇਹਨੂੰ ਬਿਮਾਰੀ ਕੀ ਹੈ। ਵੀ ਉੱਪਰ ਉੱਪਰੋਂ ਤਾਂ ਸੱਜਣ ਹੈ, ਸਾਧੂ ਹੈ, ਮਹਾਤਮਾ ਹੈ, ਪੂਰਾ ਧਾਰਮਿਕ ਹੈ, ਧਰਮਸ਼ਾਲਾ ਬਣਾਈ ਹੋਈ, ਆਏ ਗਏ ਦੀ ਸੇਵਾ ਕਰਦਾ। ਜਿਵੇਂ ਸਧਾਰਨ ਧਾਰਮਿਕ ਸਥਾਨਾਂ 'ਤੇ ਕਰਦੇ ਹਨ, ਸਰਾਵਾਂ ਬਣਾਈਆਂ ਹੋਈਆਂ, ਆਏ ਗਏ ਦੀ ਸੇਵਾ ਕਰਦੇ, ਆਓ ਭਗਤ ਕਰਦੇ। ਤੁਸੀਂ ਤਾਂ ਕੋਈ ਬਰਿਆਈ ਨਾ ਦੇਖੋਗੇ ਵੀ ਬਾਬਾ ਜੀ ਕਿੰਨੀ ਸੇਵਾ ਕਰਦੇ, ਪਰ ਹੋ ਸਕਦਾ ਹੈ ਅੰਦਰੋਂ ਅੰਦਰ ਉਹਨਾਂ ਦਾ ਖਿਆਲ ਤੁਹਾਡੀ ਜੇਬ 'ਤੇ ਹੋਵੇ ਵੀ ਇਹ ਗੁਰਮੁਖ ਪਿਆਰੇ, ਇਹ ਜੋ ਆਇਆ ਹੈ ਅਤੇ ਇਹਦੇ ਕੋਲ ਵੱਧ ਤੋਂ ਵੱਧ ਸੇਵਾ ਲੈਣੀ। ਤਾਂ ਸੇਵਾ ਉੱਦਾਂ ਥੋੜ੍ਹੀ ਦੇਵੇਗਾ, ਸੇਵਾ ਕਰੋਗੇ ਤਾਂ ਸੇਵਾ ਮਿਲੇਗੀ ਨਾ, ਪ੍ਰਸ਼ੰਸਾ ਕਰੋਗੇ ਤਾਂ ਪ੍ਰਸ਼ੰਸਾ ਮਿਲੇਗੀ। ਇਹੋ ਸਾਧੂ ਪੁਰਸ਼ ਵੀ ਜਾਣਦੇ ਹਨ, ਤੁਸੀਂ ਨਹੀਂ ਜਾਣਦੇ ਹੋ, ਦੁਨੀਆ ਵਾਲੇ ਧਾਰਮਿਕ ਲੋਕ ਵੀ ਜਾਣਦੇ ਹਨ ਵੀ ਪ੍ਰਸ਼ੰਸਾ ਕਰੋ, ਪਹਿਲਾਂ ਖੂਬ ਖੁਸ਼ਾਮਤ ਕਰੋ, ਫੁਲਾਓ ਅਗਲੇ ਨੂੰ, ਅਤੇ ਜਦੋਂ ਪੂਰਾ ਖੁਸ਼ਾਮਤ ਦੇ ਅੰਦਰ ਆ ਗਿਆ, ਖੁਸ਼ ਹੋ ਗਿਆ, ਅਤੇ ਫਿਰ ਉਹਨੂੰ ਕਹਿ ਦਿਓ ਭਾਈ ਗੁਰਮੁਖ ਆ ਸੇਵਾ ਕਰਨ ਵਾਲੀ ਕਰ, ਸੇਵਾ ਲਓ। ਜੇਬ 'ਚ ਧਿਆਨ ਹੈ ਨਾ। ਜ਼ਿਆਦਾਤਰ ਸਾਧੂ ਮਹਾਤਮਾ ਦੇ ਮੈਂ ਨਾਲ ਰਿਹਾ ਹਾਂ, ਉਹ ਬੜੀ ਤਰਕੀਬ ਦੇ ਨਾਲ ਚੱਲਦੇ ਹਨ। ਕਿਸੇ ਦੇ ਘਰੇ ਵੀ ਜਾਣਗੇ ਤਾਂ ਉਹ ਪਹਿਲਾਂ ਸੋਚ ਲੈਣਗੇ ਵੀ ਉਹਨਾਂ ਕੋਲ ਕੀ ਸੇਵਾ ਲੈਣੀ, ਉਹ ਕੀ ਕੰਮ ਕਰਦੇ ਹਨ। ਜੈਸਾ ਉਹ ਕੰਮ ਕਰਦੇ ਹਨ ਵੈਸੇ ਉਹ ਸੇਵਾ ਦੱਸ ਦਿੰਦੇ ਹਨ, ਅਤੇ ਸੋਚਦੇ ਰਹਿੰਦੇ ਹਨ ਵੀ ਕਿਵੇਂ ਫਸਲਾਉਣਾ ਹੈ। ਅਤੇ ਧਿਆਨ ਤਾਂ ਜੇਬ ਵੱਲ ਹੀ ਹੈ, ਉੱਤੋਂ ਤਾਂ ਸੱਜਣ ਹੀ ਹਨ, ਅਤੇ ਧਿਆਨ ਪੈਸੇ ਵੱਲ ਹੈ, ਪ੍ਰਸ਼ੰਸਾ ਵੱਲ ਹੈ, ਧਨ ਵੱਲ। ਇੱਦਾਂ ਹੀ ਸੱਜਣ ਦਾ ਧਿਆਨ ਸੀ। ਹੁਣ ਬਾਹਰੋਂ ਤਾਂ ਕੋਈ ਔਗਣ ਨਹੀਂ ਦਿਖਦਾ ਹੈ, ਸੇਵਾ ਕਰਦਾ ਹੈ, ਪਰ ਅੰਦਰੋਂ ਧਿਆਨ ਪੈਸੇ ਵੱਲ, ਧਨ ਵੱਲ, ਅਤੇ ਧਨ ਦੇ ਕਾਰਨ ਉਹ ਸੇਵਾ ਕਰ ਰਿਹਾ ਹੈ, ਪਰ ਅੰਦਰ ਉਹਦੇ ਰੋਗ ਹੈ ਬਹੁਤ ਭਿਆਨਕ। ਉਹ ਰੋਗ ਜਿਹੜਾ ਹੈ ਨਾ, ਉਹ ਬਾਹਰੋਂ ਨਹੀਂ ਨਜ਼ਰ ਆਉਂਦਾ। ਜਿਵੇਂ ਬਲੀ ਕੰਧਾਰੀ ਸੀ, ਉਹਦੇ ਅੰਦਰ ਹੰਕਾਰ ਸੀ, ਹੁਣ ਬਾਹਰੋਂ ਨਜ਼ਰ ਤਾਂ ਨਹੀਂ ਆਇਆ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਹੈ। ਅਤੇ ਜਿਹੜਾ ਅੰਦਰ ਜਾਣਦਾ ਹੈ, ਅੰਦਰ ਦੇਖਿਆ ਹੈ, ਉਹ ਦੇਖ ਸਕਦਾ ਹੈ ਨਾ ਕਿ ਹੈ ਤੇ ਬੜੀ ਉਚਾਈ 'ਤੇ ਬੈਠਾ ਹੋਇਆ, ਉਚਾਈ 'ਤੇ ਪਹੁੰਚ ਗਿਆ, ਧਾਰਮਿਕ ਆਦਮੀ ਸਿਖਰ 'ਤੇ ਪਹੁੰਚ ਗਿਆ, ਜਿਵੇਂ ਕਹਿ ਲਈਏ ਆਪਾਂ, ਉਚਾਈ 'ਤੇ ਭਾਵ ਹੁੰਦਾ ਧਰਮ ਦੇ ਸਿਖਰ 'ਤੇ ਪਹੁੰਚ ਕੇ ਵੀ ਹੰਕਾਰ ਕਿੰਨਾ ਬਲਵਾਨ ਹੈ। ਦੇਖੋ, ਉਹ ਪ੍ਰਤੀਕ ਕਹਾਣੀ ਹੈ ਪਹਾੜੀ ਦੀ ਚੋਟੀ 'ਤੇ ਰਹਿਣ ਦੀ, ਭਾਵ ਕਿ ਧਾਰਮਿਕ ਆਦਮੀ ਧਰਮ ਦੇ ਸਿਖਰ 'ਤੇ ਪਹੁੰਚ ਕੇ ਵੀ ਇੰਨਾ ਹੰਕਾਰੀ ਹੋ ਸਕਦਾ, ਅਤੇ ਹੁੰਦੇ ਹਨ। ਜ਼ਿਆਦਾ ਧਾਰਮਿਕ ਲੋਕ ਹੀ ਪ੍ਰਭੂ ਪਿਆਰਿਆਂ ਦੇ ਦੁਸ਼ਮਣ ਹੁੰਦੇ ਹਨ। ਤੁਸੀਂ ਬਹੁਤ ਸੁਣਿਆ ਹੀ ਹੈ ਕਥਾ ਕਹਾਣੀਆਂ 'ਚ, ਧਾਰਮਿਕ ਲੋਕ ਹੀ ਵਿਰੋਧੀ ਹੋਏ।
ਪ੍ਰਭੂ ਪਿਆਰਿਆਂ ਦੇ, ਭਗਤਾਂ ਦੇ, ਸੰਤਾਂ ਦੇ, ਮਹਾਂਪੁਰਸ਼ਾਂ ਦੇ। ਤੋ ਬਾਹਰੋਂ ਨਜ਼ਰ ਥੋੜ੍ਹੀ ਆਉਂਦਾ। ਇੱਦਾਂ ਹੀ ਸੱਜਣ ਠੱਗ ਹੈ, ਬਾਹਰੋਂ ਨਜ਼ਰ ਨਹੀਂ ਆਉਂਦਾ। ਅਤੇ ਅੰਦਰ ਬੁਰਿਆਈ ਜਿਹੜੀ ਹੈ ਮੂਲ। ਫਿਰ ਮੂਲ ਬਿਮਾਰੀ ਜਿੰਨਾ ਚਿਰ ਨਾ ਖਤਮ ਹੋਵੇ, ਜਿੱਥੋਂ ਬਿਮਾਰੀਆਂ ਪੈਦਾ ਹੁੰਦੀਆਂ ਹਨ, ਉਹਨਾਂ ਚਿਰ ਛੁਟਕਾਰਾ ਨਹੀਂ ਹੁੰਦਾ। ਮੂਲ ਬਿਮਾਰੀ ਹੈ ਹਉਮੈ। ਹਉਮੈ ਦੀਰਘ ਰੋਗ ਹੈ, ਬਹੁਤ ਵੱਡਾ ਰੋਗ ਹੈ। ਇਹ ਤੋਂ ਹੀ ਅੱਗੇ ਬਿਮਾਰੀਆਂ ਪੈਦਾ ਹੁੰਦੀਆਂ। ਹੁਣ ਤੁਸੀਂ ਬਾਹਰੋਂ ਇੱਕ ਇੱਕ ਬਿਮਾਰੀ ਨੂੰ ਖਤਮ ਕਰੋ ਅਤੇ ਨਵੀਆਂ ਬਿਮਾਰੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਤੁਸੀਂ ਦੇਖ ਹੀ ਰਹੇ ਹੋ ਸੰਸਾਰ 'ਚ ਆ ਸਰੀਰਕ ਬਿਮਾਰੀਆਂ ਵੱਲ, ਵੀ ਇੱਕ ਬਿਮਾਰੀ ਖਤਮ ਹੁੰਦੀ ਹੈ ਅਤੇ ਕੋਈ ਦੂਸਰੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਅਤੇ ਖਤਮ ਥੋੜ੍ਹੀ ਹੁੰਦੀਆਂ ਬਿਮਾਰੀਆਂ। ਕਿੰਨੀਆਂ ਔਸ਼ਧੀਆਂ, ਕਿੰਨੀਆਂ ਦਵਾਈਆਂ ਬਣਦੀਆਂ ਅਤੇ ਹੋਣਗੀਆਂ ਵੀ ਨਹੀਂ। ਇਵੇਂ ਹੀ ਅੰਦਰ ਹਨ ਮਾਨਸਿਕ ਬਿਮਾਰੀ, ਕਿਉਂਕਿ ਜਿਹੜਾ ਮੂਲ ਹੈ ਜਿੱਥੋਂ ਬਿਮਾਰੀਆਂ ਪੈਦਾ ਹੁੰਦੀਆਂ ਹਨ, ਅਗਰ ਉਹ ਮੌਜੂਦ ਹੈ ਹਾਂ ਮੈਂ, ਤਾਂ ਸਮਝ ਲੈਣਾ ਚਾਹੀਦਾ ਵੀ ਬਾਹਰ ਬਿਮਾਰੀਆਂ ਪੈਦਾ ਹੁੰਦੀਆਂ ਰਹਿਣਗੀਆਂ। ਅਤੇ ਤੁਸੀਂ ਇੱਕ ਇੱਕ ਬਿਮਾਰੀ ਖਤਮ ਕਰਕੇ ਛੁਟਕਾਰਾ ਨਹੀਂ ਪਾ ਸਕਦੇ। ਖਿਆਲ ਵਿੱਚ ਰੱਖੋ, ਜਿਵੇਂ ਤੁਸੀਂ ਕਿਹਾ ਹੈ ਨਾ ਵੀ ਗਲਤੀਆਂ ਛੁੱਟਦੀਆਂ ਨਹੀਂ ਹਨ। ਇੱਕ ਇੱਕ ਗਲਤੀ ਨੂੰ ਛੱਡ ਕੇ ਤੁਸੀਂ ਛੁਟਕਾਰਾ ਨਹੀਂ ਪਾ ਸਕਦੇ। ਮੈਂ ਕਹਿੰਦਾ ਹਾਂ ਗਲਤੀਆਂ ਦੇ ਮੂਲ ਨੂੰ ਛੱਡੋ। ਗਲਤੀਆਂ ਵੱਲ ਧਿਆਨ ਬਹੁਤਾ ਨਾ ਦਿਓ, ਛੋਟੀਆਂ ਮੋਟੀਆਂ। ਜਿਹੜੇ ਮੂਲ ਗਲਤੀ ਹੈ, ਮੂਲ ਔਗਣ ਕਹਿ ਲਓ, ਮੂਲ ਬਿਮਾਰੀ ਕਹਿ ਲਓ, ਉਹਨੂੰ ਛੱਡਣ ਦੀ ਤਿਆਰੀ ਕਰੋ। ਅਤੇ ਉਹ ਬਿਮਾਰੀ ਵੱਧ ਰਹੀ ਹੈ ਬਾਹਰ ਸੰਸਾਰ ਵੱਲ ਧਿਆਨ ਲਾ ਕੇ, ਸੁਰਤ ਲਾ ਕੇ। ਅਤੇ ਅੰਦਰ ਸੁਰਤ ਜੁੜ ਗਈ ਅਤੇ ਬਿਮਾਰੀਆਂ ਤੋਂ ਛੁਟਕਾਰਾ ਹੋ ਜਾਏਗਾ।